जी आए प्यारे विद्यार्थियों, 8th क्लास दी इंग्लिश दी बुक इंग्लिश ग्रामर एंड कंपोजिशन उसका लेसन नंबर 6 दी टेंसेस उसकी एक्सरसाइजेज 6 एंड 7 इस वीडियो ਵਿੱਚ ਕਰਨ ਜਾ ਰਹੇ ਹਾਂ। ਸੋ ਤੁਸੀਂ ਸਾਰੇ ਨੋਟਬੁੱਕ ਅਤੇ ਪੈਨ ਲੈ ਲਓ ਅਤੇ ਆਨਸਰਸ ਨੂੰ ਕਾਪੀ ਡਾਊਨ ਕਰ ਲਓ ਤੇ ਮਗਰੋਂ ਦੀ ਇਹਨਾਂ ਐਕਸਰਸਾਈਜ਼ਸ ਨੂੰ ਬਿਨਾਂ ਦੇਖੇ ਆਪਣੇ ਆਪ ਜ਼ਰੂਰ ਕਰੋ ਤੇ ਫਿਰ ਆਪਣੇ ਆਨਸਰਸ ਦਾ ਮਿਲਾਨ ਕਰੋ। ਇਸੇ ਚੈਨਲ ਦੇ ਉੱਤੇ 8th ਕਲਾਸ ਦੀਆਂ 4 ਪਲੇਲਿਸਟ ਹੋ ਰਹੀਆਂ ਨੇ। ਇੱਕ ਹੈਗੀ 8th ਇੰਗਲਿਸ਼ ਨਿਊ, दूसरी है 8th साइंस, तीजी है 8th मैथ ਤੇ ਚੌਥੀ ਹੈ 8th मैथ नोट्स। सो मैथ और साइंस ਦੀਆਂ ਲੋੜਾਂ ਵੀ ਤੁਹਾਡੀਆਂ ਇਸੇ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ। ਸੋ ਸ਼ੁਰੂ ਕਰੀਏ ਦੋ ਐਕਸਰਸਾਈਜ਼ਸ। ਸੋ ਐਕਸਰਸਾਈਜ਼ 6 ਕਰੈਕਟ ਦੀ ਫੋਲੋਇੰਗ ਸੈਂਟੈਂਸਸ। ਬੱਚਿਓ ਇਹ ਬਹੁਤ ਵਧੀਆ ਸੈਂਟੈਂਸ ਨੇ ਸਾਰੇ ਤੇ ਇਹਦੇ ਨਾਲ ਹੀ ਸਾਨੂੰ ਪਤਾ ਲੱਗ ਜਾਏਗਾ ਵੀ ਅਸੀਂ ਕਿਹੜੀ ਗਲਤੀ ਗ੍ਰਾਮਰ ਦੇ ਵਿੱਚ ਇੰਗਲਿਸ਼ ਦੇ ਸੈਂਟੈਂਸ ਵਿੱਚ ਕਰਦੇ ਹਾਂ। ਦੀ ਰੇਨ ਹੈਜ਼ ਸਟਾਪਡ ਯੈਸਟਰਡੇ। ਹੁਣ ਇੱਥੇ ਗਲਤੀ ਕੀ ਹੈ? ਇੱਕ ਤੇ ਯੈਸਟਰਡੇ ਵੀ ਅਸੀਂ ਕਹਿ ਰਹੇ ਹਾਂ ਤੇ ਨਾਲ ਹੈਜ਼ ਸਟਾਪਡ ਵਰਤਦੇ ਪਏ ਹਾਂ ਹੈਜ਼। ਹੁਣ ਜਿਹੜਾ ਪਰਫੈਕਟ ਟੈਂਸ ਹੈਗਾ ਇਹ ਹੈਗਾ ਹੈਜ਼ ਸਟਾਪਡ ਦਾ ਮਤਲਬ ਹੈ ਕਿ ਇਹ ਪ੍ਰੈਜ਼ੈਂਟ ਪਰਫੈਕਟ ਟੈਂਸ ਹੈ। ਜਦੋਂ ਪਰਫੈਕਟ ਟੈਂਸ ਵਰਤਿਆ ਜਾਵੇ ਫਿਰ ਉਦੋਂ ਇਹ ਟਾਈਮ ਦਾ ਐਕਸਪ੍ਰੈਸ਼ਨ ਜਿਹੜਾ ਹੈ ਯੈਸਟਰਡੇ ਜਾਂ ਲਾਸਟ ਨਾਈਟ ਜਾਂ ਡੇ ਬਿਫੋਰ ਯੈਸਟਰਡੇ, ਲਾਸਟ ਈਵਨਿੰਗ ਜਾਂ ਦੈਟ ਟਾਈਮ, ਇਹ ਸਭ ਨਹੀਂ ਵਰਤਿਆ ਜਾਂਦਾ। ਸੋ ਇਹਦਾ ਬਣੇਗਾ ਦੀ ਰੇਨ ਸਟਾਪਡ ਯੈਸਟਰਡੇ। ਠੀਕ ਹੈ, ਕਿਉਂਕਿ ਯੈਸਟਰਡੇ ਹੈਗਾ ਤੇ ਇਹਦੇ ਕਰਕੇ ਅਸੀਂ ਪਾਸਟ ਟੈਂਸ ਸਿੰਪਲ ਵਰਤਾਂਗੇ, ਪ੍ਰੈਜ਼ੈਂਟ ਪਰਫੈਕਟ ਟੈਂਸ ਨਹੀਂ ਵਰਤਾਂਗੇ। ਠੀਕ ਹੈ, ਇੱਥੇ ਵੀ ਦੇਖੋ ਇਹੀ ਗਲਤੀ ਹੈ। ਹੀ ਹੈਡ ਬੀਨ ਬੋਰਨ ਇਨ 1950 ਦੀ ਗੱਲ ਹੈਗੀ ਹੈ। ਹੁਣ ਅਸੀਂ 2022 ਚ ਰਹਿ ਰਹੇ ਹਾਂ। ਠੀਕ ਹੈ ਨਾ, ਸੋ 1950 ਦੀ ਗੱਲ ਹੈਗੀ ਹੈ। ਸੋ ਜਦੋਂ ਇਹਦਾ ਪਾਸਟ ਦੇ ਕਿਸੇ ਟਾਈਮ ਦੀ ਗੱਲ ਹੋ ਰਹੀ ਹੋਵੇ, ਯੈਸਟਰਡੇ ਵੀ ਪਾਸਟ ਸੀਗਾ, 1950 ਵੀ ਪਾਸਟ ਹੈਗਾ, ਇਸ ਕਰਕੇ ਅਸੀਂ ਇਹ ਹੈਡ ਬੀਨ ਬੋਰਨ ਨਹੀਂ ਵਰਤ ਸਕਦੇ। ਅਸੀਂ ਹੁਣ ਇੱਥੇ ਇਹਨਾਂ ਨੇ ਕਿਹੜਾ ਵਰਤਿਆ? ਇਹਨਾਂ ਨੇ ਵਰਤਿਆ ਕਿ ਪਾਸਟ ਆਪਣਾ ਪਾਸਟ ਪਰਫੈਕਟ ਟੈਂਸ ਵਰਤਿਆ ਇਹਨਾਂ ਨੇ। ਸੋ ਇਹ ਵੀ ਨਹੀਂ ਚੱਲੇਗਾ ਜਿਹੜੀ। ਠੀਕ ਹੈ ਨਾ, ਸੋ ਇਹ ਪਾਸਟ ਪਰਫੈਕਟ ਟੈਂਸ ਵੀ ਨਹੀਂ ਵਰਤੇਗਾ। ਸੋ ਇਹ ਵਰਤਿਆ ਜਾਏਗਾ ਹੀ ਵਾਜ਼ ਬੋਰਨ ਇਨ 1950। ਉਹ 1950 ਵਿੱਚ ਉਹਦਾ ਜਨਮ ਹੋਇਆ ਸੀ। ਅਗਲਾ ਦੇਖੀਏ ਹੀ ਸਫਰਿੰਗ ਫਰੋਮ ਫੀਵਰ ਸਿੰਸ ਲਾਸਟ ਨਾਈਟ। ਜਦੋਂ ਇੱਥੇ ਟਾਈਮ ਦਾ ਨਾਲ ਆ ਜਾਏ, ਸਿੰਸ ਲਾਸਟ ਨਾਈਟ, ਪਿਛਲੀ ਰਾਤ ਤੋਂ ਉਹ ਸਫਰ ਕਰ ਰਿਹਾ, ਤੇ ਫਿਰ ਅਸੀਂ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਨਹੀਂ ਵਰਤਦੇ, ਫਿਰ ਅਸੀਂ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ ਵਰਤਦੇ ਹਾਂ। ਅਰਥਾਤ ਇਸ ਨਹੀਂ ਲੱਗੇਗਾ, ਹੈਜ਼ ਬੀਨ ਲੱਗੇਗਾ। ਹੀ ਹੈਜ਼ ਬੀਨ ਸਫਰਿੰਗ ਫਰੋਮ ਫੀਵਰ ਸਿੰਸ ਲਾਸਟ ਨਾਈਟ। ਬੱਚਿਓ ਇਹ ਸਾਰੀ ਗੱਲਾਂ ਨੂੰ ਮੈਂ ਬੜੇ ਡਿਟੇਲ 'ਚ ਵਿਸਥਾਰ ਵਿੱਚ ਟੈਂਸਿਸ ਦੇ ਵੱਖਰੇ ਵੀਡੀਓਜ਼ ਵਿੱਚ ਦੱਸਿਆ। ਉਹ ਪਲੇਲਿਸਟ ਦਾ ਨਾਮ ਹੈਗਾ ਟੈਂਸਿਸ। ਉਹ 'ਚ 5 ਵੀਡੀਓ ਬਣ ਗਏ ਨੇ ਤੇ ਤੁਸੀਂ ਉਹ ਵੀਡੀਓਜ਼ ਨੂੰ ਜ਼ਰੂਰ ਦੇਖੋ। ਉਹਦੇ ਵਿੱਚ ਤੁਹਾਨੂੰ ਟੈਂਸਿਸ ਦੀਆਂ ਗੱਲਾਂ ਦੀ ਬਰੀਕੀਆਂ ਜਿਹੜੀਆਂ ਨੇ ਜ਼ਿਆਦਾ ਵਿਸਥਾਰ ਵਿੱਚ ਤੁਹਾਨੂੰ ਸਮਝ ਆ ਜਾਣਗੀਆਂ। ਠੀਕ ਹੈ, ਸੋ ਕਿਉਂਕਿ ਇੱਥੇ ਸਿੰਸ ਲਾਸਟ ਨਾਈਟ ਵਰਤਿਆ ਗਿਆ ਹੈ, ਇਸ ਕਰਕੇ ਇਜ਼ ਸਫਰਿੰਗ ਨਹੀਂ ਆਏਗਾ, ਹੈਜ਼ ਬੀਨ ਸਫਰਿੰਗ ਆਏਗਾ। ਠੀਕ ਹੈ, ਸਟੀਫਨਸਨ ਹੈਜ਼ ਇਨਵੈਂਟਡ ਦੀ ਸਟੀਮ ਇੰਜਨ। ਇਹ ਵੀ ਗਲਤ ਹੈ। ਦੇਖੋ ਬੱਚਿਓ, ਹੁਣ ਇੱਥੇ ਟਾਈਮ ਦਾ ਜ਼ਿਕਰ ਤੇ ਨਹੀਂ ਹੈਗਾ, ਪਰ ਸਾਨੂੰ ਪਤਾ ਹੈ ਕਿ ਸਟੀਮ ਇੰਜਨ ਦੀ ਕਾਢ ਤੇ ਬਹੁਤ ਦਹਾਕੇ ਪਹਿਲਾਂ ਕੱਢੀ ਗਈ ਸੀਗੀ, 100 ਸਾਲ ਤੋਂ ਵੀ ਉੱਪਰ ਹੋ ਗਿਆ ਇਸ ਗੱਲ ਨੂੰ ਤੇ। ਠੀਕ ਹੈ ਨਾ, ਸੋ ਸਟੀਫਨਸਨ ਹੁਣ ਹੈਗਾ ਸਟੀਮ ਇੰਜਨ ਦੀ ਇਨਵੈਂਸ਼ਨ ਦੀ ਗੱਲ ਹੈ ਤੇ ਪਾਸਟ ਦੀ ਗੱਲ ਹੈ, ਤੇ ਇਸ ਕਰਕੇ ਹੈਜ਼ ਨਹੀਂ ਵਰਤਿਆ ਜਾਏਗਾ, ਇਹ 'ਚ ਸਿੰਪਲ ਪਾਸਟ ਟੈਂਸ ਵਰਤਿਆ ਜਾਏਗਾ। ਸੋ ਬਣ ਜਾਏਗਾ ਸਟੀਫਨਸਨ ਇਨਵੈਂਟਡ ਦੀ ਸਟੀਮ ਇੰਜਨ, ਅਰਥਾਤ ਸਟੀਫਨਸਨ ਨੇ ਸਟੀਮ ਇੰਜਨ ਦੀ ਕਾਢ ਕੱਢੀ। ਠੀਕ ਹੈ, ਹੀ ਵਿਲ ਰੀਚ ਹੋਮ ਬਿਫੋਰ ਦੀ ਸਟਾਰਮ ਵਿਲ ਕਮ। ਇਹ ਬਿਲਕੁਲ ਗਲਤ ਹੈਗਾ। ਹੀ ਵਿਲ ਰੀਚ ਹੋਮ ਬਿਫੋਰ ਦਾ ਸਟਾਰਮ ਵਿਲ ਕਮ, ਨਾ, ਬਿਲਕੁਲ ਇਸ ਤਰ੍ਹਾਂ ਨਹੀਂ। ਜੇ ਅਸੀਂ ਪੰਜਾਬੀ 'ਚ ਬੋਲਣਾ ਤੇ ਕਿੱਦਾਂ ਬੋਲਾਂਗੇ? ਕਹਿੰਦੇ ਝੱਖੜ ਆਉਣ ਤੋਂ ਪਹਿਲੇ ਉਹ ਘਰ ਪਹੁੰਚ ਚੁੱਕਾ ਹੋਵੇਗਾ। ਸੋ ਸਿੱਧੇ ਹੀ ਕਹਿੰਦੇ ਨਾ, ਗੱਡੀ ਤੁਰਨ ਤੋਂ ਪਹਿਲਾਂ ਉਹ ਸਟੇਸ਼ਨ ਪਹੁੰਚ ਚੁੱਕਾ ਹੋਵੇਗਾ। ਠੀਕ ਹੈ, ਹਾਲਤ ਵਿਗੜਨ ਤੋਂ ਪਹਿਲਾਂ ਉਹ ਹਸਪਤਾਲ ਪਹੁੰਚ ਚੁੱਕਾ ਹੋਵੇਗਾ, ਇਸ ਤਰ੍ਹਾਂ ਹੁੰਦਾ। ਸੋ ਜਿਹੜਾ ਚੁੱਕਾ ਹੋਵੇਗਾ ਇਹਦਾ ਬਣ ਜਾਏਗਾ ਵਿਲ ਹੈਵ ਰੀਚਡ। ਸੋ ਹੀ ਵਿਲ ਹੈਵ ਰੀਚਡ ਹੋਮ, ਹੀ ਵਿਲ ਹੈਵ ਰੀਚਡ ਹੋਮ ਅਰਥਾਤ ਉਹ ਘਰ ਪਹੁੰਚ ਚੁੱਕਾ ਹੋਏਗਾ। ਕਦੋਂ? ਬਿਫੋਰ ਦੀ ਸਟਾਰਮ ਕਮਸ, ਅਰਥਾਤ ਤੂਫਾਨ ਦੇ ਆਉਣ ਤੋਂ ਪਹਿਲਾਂ। ਸੋ ਇਹ ਜਿਹੜਾ ਸਟਰਕਚਰ ਹੈਗਾ ਹੀ ਵਿਲ ਰੀਚ ਹੋਮ ਬਿਫੋਰ ਦੀ ਸਟਾਰਮ ਵਿਲ ਕਮ, ਇਹ ਬਿਲਕੁਲ ਗਲਤ ਹੈ। ਸੋ ਅਗਲਾ ਆ ਜਾਏਗਾ, ਅਗਲਾ ਦੇਖੀਏ ਆਈ ਲੈਫਟ ਬਿਹਾਰ ਬਿਫੋਰ ਦੀ ਅਰਥਕੁਏਕ ਅਕੜ। ਹੁਣ ਬੱਚੋ ਜਦੋਂ ਇੱਦਾਂ ਹੋਏ ਬਿਫੋਰ, ਆਫਟਰ, ਤੇ ਇੱਕ ਪਾਸਟ ਟੈਂਸ ਹੁੰਦਾ ਹੈ ਤੇ ਫਿਰ ਦੂਸਰਾ ਜਿਹੜਾ ਹੈਗਾ ਉਹ ਪਰਫੈਕਟ ਟੈਂਸ ਯੂਜ਼ ਕੀਤਾ ਜਾਂਦਾ ਹੈ। ਸੋ ਆਈ ਹੈਡ ਲੈਫਟ ਬਿਹਾਰ ਅਰਥਾਤ ਮੈਂ ਬਿਹਾਰ ਛੱਡ ਚੁੱਕਾ ਸੀ।
ਬਿਫੋਰ ਦੀ ਅਰਥਕੁਏਕ ਅਕਰਡ, ਅਰਥਾਤ ਭੂਚਾਲ ਆਉਣ ਤੋਂ ਪਹਿਲਾਂ, ਭੂਚਾਲ ਦੇ ਮਤਲਬ ਕਿ ਇਹ ਭੂਚਾਲ ਦੇ ਹਿੱਟ ਕਰਨ ਤੋਂ ਪਹਿਲਾਂ, ਉਹਦੇ ਹੋਣ ਤੋਂ ਪਹਿਲਾਂ, ਭੂਚਾਲ ਦੀ ਘਟਨਾ ਤੋਂ ਪਹਿਲਾਂ ਮੈਂ ਬਿਹਾਰ ਛੱਡ ਚੁੱਕਾ ਸੀ, ਅਰਥਾਤ ਮੈਂ ਉੱਥੋਂ ਦੀ ਮਤਲਬ ਕਿ ਮੈਂ ਉੱਥੇ ਰਹਿੰਦਾ ਸੀ ਜਾਂ ਉੱਥੇ ਮੈਂ ਕੰਮ ਕਰਦਾ ਸੀ ਤੇ ਪਰ ਮੈਂ ਉੱਥੋਂ ਦੀ ਉਦੋਂ ਨਿਕਲ ਚੁੱਕਾ ਸੀ। ਠੀਕ ਹੈ। ਸ਼ੀ ਵਿਲ ਰੀਚ ਦੀ ਸਟੇਸ਼ਨ ਬਿਫੋਰ ਦੀ ਟ੍ਰੇਨ ਵਿਲ ਗੋ, ਬਿਲਕੁਲ ਜਿੱਦਾਂ ਪੰਜਵਾਂ ਸੈਂਟੈਂਸ ਸੀਗਾ, ਹੀ ਵਿਲ ਰੀਚ ਹੋਮ ਬਿਫੋਰ ਦੀ ਸਟਾਰਮ ਵਿਲ ਕਮ, ਹੈ ਨਾ। ਸੋ ਇਹ ਵੀ ਉਸ ਤਰ੍ਹਾਂ ਹੀ ਹੈ। ਸੋ ਇਹ ਵੀ ਸਟਰਕਚਰ ਬਿਲਕੁਲ ਗਲਤ ਹੈਗਾ। ਸੋ ਇਹ ਬਣ ਜਾਏਗਾ ਸ਼ੀ ਵਿਲ ਹੈਵ ਰੀਚ ਦੀ ਸਟੇਸ਼ਨ ਬਿਫੋਰ ਦੀ ਟ੍ਰੇਨ ਗੋਜ਼, ਅਰਥਾਤ ਇਸ ਤੋਂ ਪਹਿਲਾਂ ਕਿ ਟ੍ਰੇਨ ਜਾਏ ਉਹ ਸਟੇਸ਼ਨ ਪਹੁੰਚ ਚੁੱਕੀ ਹੋਵੇਗੀ, ਜਾਂ ਟ੍ਰੇਨ ਛੁੱਟਣ ਤੋਂ ਪਹਿਲਾਂ, ਟ੍ਰੇਨ ਜਾਣ ਤੋਂ ਪਹਿਲਾਂ ਉਹ ਸਟੇਸ਼ਨ ਪਹੁੰਚ ਚੁੱਕੀ ਹੋਵੇਗੀ। ਇਹਨੂੰ ਪੰਜਾਬੀ 'ਚ ਅਸੀਂ ਇਸ ਤਰ੍ਹਾਂ ਬੋਲਦੇ ਹਾਂ। ਦੀ ਗ੍ਰੇਟ ਰਿਫਾਰਮਰ ਹੈਡ ਡਾਈਡ ਇਨ 1977, ਇਹ ਵੀ ਦੇਖੋ ਬੱਚੋ ਸੇਮ ਜਿੱਦਾਂ ਨਾ ਸਟੀਫਨਸਨ ਹੈਡ ਇਨਵੈਂਟਡ ਇੰਜਨ, ਗਲਤ ਸੀਗਾ ਉਹ। ਠੀਕ ਹੈ ਨਾ। ਸੋ ਇੱਥੇ 1977 ਇਹ ਵੀ ਬੀਤੇ ਦੀ ਗੱਲ ਹੈ, ਬੀਤੇ ਸਮੇਂ ਦਾ ਵੱਲ ਇਸ਼ਾਰਾ ਹੈਗਾ। ਸੋ ਇਸ ਕਰਕੇ ਪਰਫੈਕਟ ਟੈਂਸ ਨਹੀਂ ਯੂਜ਼ ਹੋਏਗਾ, ਇਹਦੇ ਵਿੱਚ ਸਿੰਪਲ ਪਾਸਟ ਯੂਜ਼ ਹੋਏਗਾ। ਦੀ ਗ੍ਰੇਟ ਰਿਫਾਰਮਰ ਡਾਈਡ ਇਨ 1977। ਠੀਕ ਹੈ। ਆਈ ਵੇਟਿਡ ਐਟ ਹੋਮ ਫॉर ਹਰ ਸਿੰਸ 9 o'clock। ਬੱਚੋ ਜਿੱਥੇ ਸਿੰਸ ਹੋਵੇ ਉੱਥੇ ਜਾਂ ਤੇ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਵਰਤਿਆ ਜਾਂਦਾ ਹੈ, ਪਰਫੈਕਟ ਕੰਟੀਨਿਊਸ ਟੈਂਸ ਵਰਤਿਆ ਜਾਂਦਾ ਹੈ, ਸੌਰੀ ਪ੍ਰੈਜ਼ੈਂਟ ਨਹੀਂ, ਪਰਫੈਕਟ ਕੰਟੀਨਿਊਸ ਟੈਂਸ, ਤੇ ਜਾਂ ਫਿਰ ਵਰਤਿਆ ਜਾਂਦਾ ਹੈ ਪਰਫੈਕਟ ਟੈਂਸ ਵਰਤਿਆ ਜਾਂਦਾ ਹੈ। ਠੀਕ ਹੈ। ਸੋ ਇਸ ਕਰਕੇ ਆਈ ਵੇਟਿਡ ਐਟ ਹੋਮ ਇਹ ਹੈਗਾ ਪਾਸਟ ਸਿੰਪਲ ਵਿਚ ਇਜ਼ ਰੋਂਗ। ਸੋ ਸਿੰਸ ਦੇ ਨਾਲ ਜਾਂ ਤੇ ਵਰਤਿਆ ਜਾਂਦਾ ਪਰਫੈਕਟ ਕੰਟੀਨਿਊਸ ਤੇ ਜਾਂ ਫਿਰ ਪਰਫੈਕਟ ਨਾਰਮਲ। ਸੋ ਇਹ ਆ ਜਾਏਗਾ ਆਈ ਹੈਡ ਬੀਨ ਵੇਟਿੰਗ ਐਟ ਹੋਮ ਫॉर ਹਰ since 9 o'clock। ठीक है। so I waited at home for her since 9 o'clock, गलत है। I had been waiting at home for her since 9 o'clock। ठीक है। आगे चलिए। she finished her dinner when I saw her, ਇਹ ਵੀ ਗਲਤ ਹੈ ਬੱਚਿਓ। when I saw her ਜਦੋਂ ਮੈਂ ਉਹਨੂੰ ਦੇਖਿਆ, ਤੇ ਅਸੀਂ ਆਮ ਤੌਰ ਤੇ ਕਿੱਦਾਂ ਕਵਾਂਗੇ ਕਿ ਜਦੋਂ ਮੈਂ ਉਹਨੂੰ ਮਿਲਿਆ ਉਹ ਆਪਣਾ ਖਾਣਾ ਖਾ ਚੁੱਕੀ ਸੀ। ਸੋ ਆ ਜਾਏਗਾ she had finished her dinner when I saw her, ਅਰਥਾਤ ਜਦੋਂ ਮੈਂ ਉਹਨੂੰ ਮਿਲਿਆ। saw her ਦਾ ਮਤਲਬ ਹੈ ਜਦੋਂ ਮੈਂ ਉਹਨੂੰ ਮਿਲਣ ਗਿਆ, ਜਦੋਂ ਮਿਲਿਆ ਉਹ ਆਪਣਾ ਸ਼ਾਮ ਦਾ ਖਾਣਾ, ਰਾਤ ਦਾ ਖਾਣਾ ਖਾ ਚੁੱਕੀ ਸੀ। ਹੁਣ ਅਗਲੀ ਐਕਸਰਸਾਈਜ਼ ਦੇਖੀਏ। Exercise 7 fill in the blanks with the suitable forms of verbs given in the brackets। ਸੋ ਬੱਚਿਓ ਇਹ ਬ੍ਰੈਕਟ ਵਿੱਚ ਵਰਬਸ ਦਿੱਤੀਆਂ ਹੋਈਆਂ, ਸੋ ਅਸੀਂ ਇਹਨਾਂ ਨੂੰ ਪੜ੍ਹਨਾ ਹੈ। ਸੋ ਹੀ ਜਨਰਲੀ ਸਪੀਕਸ ਇਨ ਇੰਗਲਿਸ਼। ਹੁਣ ਜਨਰਲੀ ਸਪੀਕਸ, ਜਨਰਲੀ ਮਤਲਬ ਕੀ ਹੈ ਇਹ ਹੈਬਿਟ ਹੈਗੀ ਹੈ। ਸੋ ਜਦੋਂ ਹੈਬਿਟ ਦੱਸਣੀ ਹੋਵੇ, ਇੱਕ ਰੂਟੀਨ ਦੱਸਣਾ ਹੋਵੇ, ਨੇਮ ਦੱਸਣਾ ਹੋਵੇ, ਤੇ ਅਸੀਂ ਪ੍ਰੈਜ਼ੈਂਟ ਸਿੰਪਲ ਟੈਂਸ ਵਰਤਦੇ ਹਾਂ। ਸੋ ਸਪੀਕ ਦਾ ਪ੍ਰੈਜ਼ੈਂਟ ਸਿੰਪਲ ਟੈਂਸ ਹੈਗਾ ਸਪੀਕਸ, ਕਿਉਂਕਿ ਹੀ ਇੱਕ ਵਚਨ ਹੈਗਾ, ਥਰਡ ਪਰਸਨ। ਸੋ ਹੀ ਜਨਰਲੀ ਸਪੀਕਸ ਇਨ ਇੰਗਲਿਸ਼ ਬਟ, ਪਰ ਹੀ ਇਜ਼ ਸਪੀਕਿੰਗ ਪੰਜਾਬੀ ਟੂਡੇ, ਪਰ ਅੱਜ ਉਹ ਪੰਜਾਬੀ ਵਿੱਚ ਗੱਲ ਕਰ ਰਿਹਾ ਹੈ। ਅਰਥਾਤ ਹੀ ਜਨਰਲੀ ਸਪੀਕਸ ਇੰਗਲਿਸ਼, ਆਮ ਤੌਰ ਤੇ ਉਹ ਅੰਗਰੇਜ਼ੀ ਵਿੱਚ ਗੱਲ ਕਰਦਾ ਹੈ, ਪਰ ਅੱਜ ਉਹ ਪੰਜਾਬੀ ਵਿੱਚ ਕਰ ਰਿਹਾ ਹੈ, ਇਜ਼ ਸਪੀਕਿੰਗ। ਸੋ ਦੀ ਟੈਲੀਫੋਨ ਬੈਲ ਇਜ਼ ਰਿੰਗਿੰਗ ਅਗੇਨ, ਅਰਥਾਤ ਟੈਲੀਫੋਨ ਦੀ ਘੰਟੀ ਫਿਰ ਵੱਜ ਰਹੀ ਹੈ। ਫਿਰ ਕਹਿੰਦੇ ਇਟ ਸਮਟਾਈਮਸ ਰਿੰਗਸ 30 times a day। ਸਮਟਾਈਮਸ ਮਤਲਬ ਕਿ ਇਹ ਗੱਲ ਆਮ ਹੁੰਦੀ ਹੈ। ਸੋ ਇੱਕ ਕਿਸਮ ਦੀ ਹੈ ਆਮ ਵਰਤਾਰਾ ਹੈ, ਹੈਬਿਚੁਅਲ ਹੈਗਾ। ਸੋ ਕਹਿੰਦੇ ਇਟ ਸਮਟਾਈਮਸ ਰਿੰਗਸ 30 times a day, ਇਹ ਕਦੀ ਕਦੀ ਇੱਕ ਦਿਨ ਵਿੱਚ 30 ਵਾਰੀ ਵੱਜਦੀ ਹੈ। ਠੀਕ ਹੈ। ਅਸ਼ੋਕ ਇਜ਼ ਡੂਇੰਗ ਹਿਜ਼ ਹੋਮਵਰਕ ਨਾਓ, ਅਸ਼ੋਕ ਇਸ ਵੇਲੇ ਆਪਣਾ ਹੋਮਵਰਕ ਕਰ ਰਿਹਾ ਹੈ, ਕਿਉਂਕਿ ਨਾਓ ਦਾ ਜ਼ਿਕਰ ਆ ਗਿਆ ਨਾ, ਨਾਓ ਇਸ ਵੇਲੇ। ਹੀ ਯੂਜ਼ਲੀ ਡਜ਼ ਇਟ ਐਟ ਨਾਈਟ, ਤੋਂ ਯੂਜ਼ਲੀ ਆ ਗਿਆ। ਸੋ ਇਹਦਾ ਮਤਲਬ ਇਹ ਕੀ ਹੈ, ਇੱਕ ਉਹਦੇ ਰੂਟੀਨ ਦੀ ਗੱਲ ਹੋ ਰਹੀ ਹੈ, ਉਹਦੀ ਹੈਬਿਟ ਦੀ ਗੱਲ ਹੋ ਰਹੀ ਹੈ ਕਿ ਹੀ ਯੂਜ਼ਲੀ ਡਜ਼ ਇਟ ਐਟ ਨਾਈਟ, ਉਹ ਆਮ ਤੌਰ ਤੇ ਇਹ ਹੋਮਵਰਕ ਜਿਹੜਾ ਹੈ, ਇਟ ਮੈਨੇ ਹੋਮਵਰਕ ਐਟ ਨਾਈਟ, ਰਾਤ ਨੂੰ ਕਰਦਾ ਹੈ, ਪਰ ਇਸ ਵੇਲੇ ਨਾਓ ਹੀ ਇਜ਼ ਡੂਇੰਗ ਹਿਜ਼ ਹੋਮਵਰਕ, ਉਹ ਹੁਣ ਕਰ ਰਿਹਾ। ਮਿਸਟਰ ਬਾਲੀ ਰੀਡਸ ਟੂ ਮਚ, ਇਹ ਹੁਣ ਕੀ ਹੈ, ਇਹ ਵੀ ਕਿਸਮ ਦੀ ਹੈਬਿਟ ਹੈ, ਉਹਦਾ ਸ਼ੌਕ ਹੈ, ਉਹਦੀ ਰੁਚੀ ਹੈ। ਮਿਸਟਰ ਬਾਲੀ ਰੀਡਸ ਟੂ ਮਚ, ਮਿਸਟਰ ਬਾਲੀ ਕਿਤਾਬਾਂ ਬਹੁਤ ਪੜ੍ਹਦਾ ਹੈ। ਰੀਡਸ ਟੂ ਮਚ ਮੈਨੇ ਬਹੁਤ ਪੜ੍ਹਦਾ ਹੈ। ਐਵਰੀ ਟਾਈਮ ਆਈ ਸੀ ਹਿਮ, ਜਦੋਂ ਵੀ ਮੈਂ ਉਹਨੂੰ ਦੇਖਦਾ, ਹੀ ਇਜ਼ ਰੀਡਿੰਗ, ਉਹ ਪੜ੍ਹ ਰਿਹਾ ਹੁੰਦਾ ਹੈ। ਠੀਕ ਹੈ। ਐਵਰੀ ਟਾਈਮ ਆਈ ਸੀ ਹਿਮ ਹੀ ਇਜ਼ ਰੀਡਿੰਗ। ਬੱਚਿਓ ਇਹ ਜਿਹੜੇ ਸੈਂਟੈਂਸਿਸ ਦੇ ਜਿਹੜੇ ਜੋੜ ਬਣਾਏ ਹੋਏ ਨੇ ਨਾ ਇੱਦਾਂ ਇਹ ਕਲੌਜ਼ਿਸ ਦੇ ਨਾਲ, ਇਹ ਬਹੁਤ ਇੰਪੋਰਟੈਂਟ ਨੇ। ਇਹ 10 ਸੈਂਟੈਂਸਿਸ ਆਉਣਗੇ ਇੱਥੋਂ, ਤੇ ਸਾਰੇ ਕਰ ਲਓ। ਇਹਨਾਂ ਨੂੰ ਚੰਗੀ ਤਰ੍ਹਾਂ ਤੁਸੀਂ ਉੱਚੀ ਉੱਚੀ ਬੋਲੋ, ਦੁਹਰਾਓ, ਤਾਂ ਕਿ ਤੁਹਾਡੇ ਮੂੰਹ ਤੇ ਚੜ ਜਾਣ।
ਫਿਰ ਇਹਦੇ ਨਾਲ ਤੁਹਾਨੂੰ ਆਟੋਮੈਟਿਕਲੀ ਹੀ ਪਤਾ ਲੱਗ ਜਾਏਗਾ ਕਿ ਜਿਹੜੇ ਸੈਂਟੈਂਸਸ ਨੇ ਇਹਨਾਂ ਦਾ ਸਟਰਕਚਰ ਕਿਵੇਂ ਤਿਆਰ ਕੀਤਾ ਜਾਂਦਾ ਹੈ। ਅਗਲਾ ਦੇਖੀਏ, ਮਾਈ ਫਾਦਰ ਡਰਾਈਵਸ ਟੂ ਹਿਜ਼ ਆਫਿਸ ਐਵਰੀ ਡੇ। ਹੁਣ ਐਵਰੀ ਡੇ ਗੱਲ, ਇਹ ਹੈਬਿਟ ਦੀ ਗੱਲ ਆ ਰਹੀ ਹੈ, ਰੂਟੀਨ ਦੀ ਗੱਲ ਆ ਰਹੀ ਹੈ। ਦੈਟ ਮੀਨਸ ਵੀ ਆਰ ਯੂਜ਼ਿੰਗ ਪ੍ਰੈਜ਼ੈਂਟ ਸਿੰਪਲ ਟੈਂਸ। ਸੋ ਮਾਈ ਫਾਦਰ ਸਿੰਗੂਲਰ ਵਚਨ, ਸਿੰਗੂਲਰ ਹੈਗਾ, ਥਰਡ ਪਰਸਨ ਹੈਗਾ, ਸੋ ਇਸ ਕਰਕੇ ਐਸ ਲੱਗੇਗਾ ਡਰਾਈਵ ਦੇ ਨਾਲ। ਮਾਈ ਫਾਦਰ ਡਰਾਈਵਸ ਟੂ ਹਿਜ਼ ਆਫਿਸ ਐਵਰੀ ਡੇ, ਅਰਥਾਤ ਮੇਰੇ ਪਿਤਾ ਜੀ ਆਪਣੇ ਦਫ਼ਤਰ ਰੋਜ਼ ਗੱਡੀ ਚਲਾ ਕੇ ਜਾਂਦੇ ਹਨ। ਹੀ ਇਜ਼ ਡਰਾਈਵਿੰਗ ਦੇਅਰ ਨਾਓ, ਹੁਣ ਉਹ ਉਸ ਦਫ਼ਤਰ ਵਾਲੇ ਪਾਸੇ ਡਰਾਈਵ ਕਰਕੇ ਜਾ ਰਹੇ ਹਨ। ਹੀ ਇਜ਼ ਡਰਾਈਵਿੰਗ ਨਾਓ, ਕਿਉਂਕਿ ਨਾਓ ਦੀ ਗੱਲ ਹੈ ਨਾ, ਇਹ ਹੁਣ ਔਨਗੋਇੰਗ ਐਕਟੀਵਿਟੀ ਹੈ, ਗੱਲ ਕਰਨ ਵੇਲੇ ਇਹ ਐਕਟੀਵਿਟੀ ਚੱਲਦੀ ਪਈ ਹੈ, ਉਹ ਇਸ ਵੇਲੇ ਉੱਥੇ ਡਰਾਈਵਿੰਗ ਕਰਕੇ ਜਾ ਰਹੇ ਹਨ। ਕਹਿੰਦੇ ਇਟ ਰੇਨਸ ਹਾਰਡਲੀ ਨਾਓ, ਹੁਣ ਇਹ ਵੀ ਇੱਕ ਨਾਓ ਮਨੇ ਇੱਥੇ ਬੱਚਿਓ ਰੇਨਿੰਗ ਨਹੀਂ ਹੈਗਾ, ਕੁਝ ਸ਼ਬਦ ਐਸੇ ਹੈਗੇ ਨੇ ਅੰਗਰੇਜ਼ੀ ਵਿੱਚ ਥੋੜੀ ਐਕਸੈਪਸ਼ਨਸ ਵੀ ਹੁੰਦੀਆਂ। ਹੁਣ ਇੱਥੇ ਅਸੀਂ ਇਟ ਇਜ਼ ਰੇਨਿੰਗ ਹਾਰਡਲੀ ਨਾਓ, ਇਹ ਕੋਈ ਗੱਲ ਨਹੀਂ ਬਣਦੀ। ਜਦੋਂ ਇੱਥੇ ਹਾਰਡਲੀ ਸ਼ਬਦ ਆ ਗਿਆ ਨਾ, ਇਹਦੇ ਕਰਕੇ ਇਹ ਬਣ ਜਾਏਗਾ ਇਟ ਰੇਨਸ ਹਾਰਡਲੀ ਨਾਓ, ਅਰਥਾਤ ਅੱਜ ਕੱਲ। ਇੱਥੇ ਨਾਓ ਦਾ ਮਤਲਬ ਹੈਗਾ ਹੁਣ, ਹੁਣ ਦਾ ਮਤਲਬ ਹੁਣ ਦੀ ਘੜੀ ਨਹੀਂ, ਹੁਣ ਮੈਨੇ ਅੱਜ ਕੱਲ ਦੇ ਟਾਈਮ ਵਿੱਚ, ਅੱਜ ਕੱਲ ਜੋ ਇਦਾਂ ਸਮਾਂ ਮੌਸਮ ਬਦਲ ਗਿਆ। ਇਟ ਰੇਨਸ ਹਾਰਡਲੀ ਨਾਓ, ਹਾਰਡਲੀ ਮੈਨੇ ਮਸਾਂ ਹੀ, ਹੁਣ ਮਸਾਂ ਹੀ ਕਿਤੇ ਮੀਂਹ ਪੈਂਦਾ ਹੈ। ਇਟ ਯੂਜ਼ਲੀ ਰੇਨਸ ਇਨ ਅਗਸਤ, ਨਹੀਂ ਤੇ ਆਮ ਤੌਰ ਤੇ ਅਗਸਤ ਦੇ ਵਿੱਚ ਮੀਂਹ ਪੈਂਦਾ ਹੈ। ਠੀਕ ਹੈ, ਸੋ ਇੱਥੇ ਵੀ ਰੇਨਸ ਆਏਗਾ, ਇੱਥੇ ਵੀ ਰੇਨਸ ਆਏਗਾ। ਆਈ ਆਲਵੇਜ਼ ਕੈਰੀ ਮਾਈ ਅੰਬਰੇਲਾ, ਮੈਂ ਹਮੇਸ਼ਾ ਆਪਣੀ ਛਤਰੀ ਆਪਣੇ ਨਾਲ ਰੱਖਦਾ ਹਾਂ। ਕੈਰੀ ਮੈਨੇ ਕਿ ਮੇਰੇ ਕੋਲ ਹੁੰਦੀ ਹੈ, ਮੈਂ ਉਹਨੂੰ ਲੈ ਕੇ ਜਾਂਦਾ। ਇਨ ਕੇਸ ਇਟ ਰੇਨਸ, ਕਿਤੇ ਜੇ ਬਾਈ ਚਾਂਸ ਮੀਂਹ ਪੈ ਜਾਏ। ਆਈ ਐਮ ਕੈਰਿੰਗ ਮਾਈ ਅੰਬਰੇਲਾ ਟੂਡੇ, ਅੱਜ ਮੈਂ ਆਪਣੀ ਛਤਰੀ ਆਪਣੇ ਕੋਲ ਰੱਖੀ ਹੋਈ ਹੈ, ਮੇਰੇ ਕੋਲ ਹੈ। ਕੈਰਿੰਗ ਮੈਨੇ ਮੈਂ ਨਾਲ ਚੱਕੀ ਹੋਈ ਹੈ। ਬਿਕੋਜ਼ ਇਟ ਲੁਕਸ, ਕਿਉਂਕਿ ਇਵੇਂ ਜਾਪਦਾ ਹੈ। ਦੈਟ ਇਟ ਮਾਈਟ ਰੇਨ, ਕਿ ਸ਼ਾਇਦ ਮੀਂਹ ਪੈ ਜਾਵੇ। ਠੀਕ ਹੈ, ਆਈ ਵਾਚ ਟੈਲੀਵਿਜ਼ਨ ਵੈਨ ਐਵਰ ਆਈ ਕੈਨ, ਇਹ ਮੇਰੀ ਆਦਤ ਹੈ, ਮੇਰਾ ਰੂਟੀਨ ਹੈ, ਮੇਰੀ ਰੁਚੀ ਹੈ ਕਿ ਜਦੋਂ ਵੀ ਮੈਨੂੰ ਮੌਕਾ ਲੱਗੇ, ਵੈਨ ਐਵਰ ਆਈ ਕੈਨ, ਜਦੋਂ ਮੁਮਕਿਨ ਹੋਵੇ, ਆਈ ਵਾਚ ਟੈਲੀਵਿਜ਼ਨ, ਮੈਂ ਟੈਲੀਵਿਜ਼ਨ ਦੇਖਦਾ ਹਾਂ। ਬਟ ਆਈ ਐਮ ਨੋਟ ਵਾਚਿੰਗ, ਹੁਣ ਤੇ ਨੋਟ ਹੈ ਤੇ ਆਈ ਐਮ ਨੋਟ ਵਾਚਿੰਗ ਟੈਲੀਵਿਜ਼ਨ ਟੂਨਾਈਟ, ਪਰ ਅੱਜ ਮੈਂ ਟੀਵੀ ਨਹੀਂ ਦੇਖ ਰਿਹਾ ਹਾਂ। ਬਿਕੋਜ਼ ਦੇਰ ਇਜ਼ ਨਥਿੰਗ ਵਰਥ ਸੀਇੰਗ, ਵਰਥ ਸੀਇੰਗ ਮੈਨੇ ਦੇਖਣ ਯੋਗ, ਨਥਿੰਗ ਮੈਨੇ ਕੁਛ ਵੀ, ਕਿਉਂਕਿ ਦੇਖਣ ਯੋਗ ਕੁਛ ਵੀ ਨਹੀਂ ਹੈ, ਟੀਵੀ ਤੇ ਕੋਈ ਦੇਖਣ ਯੋਗ ਪ੍ਰੋਗਰਾਮ ਨਹੀਂ ਹੈ। ਫਿਰ ਕਹਿੰਦੇ ਦੇ ਆਰ ਵਰਕਿੰਗ ਇਨ ਦੀ ਲਾਇਬ੍ਰੇਰੀ ਐਟ ਪ੍ਰੈਜ਼ੈਂਟ, ਐਟ ਪ੍ਰੈਜ਼ੈਂਟ ਮੈਨੇ ਇਸ ਵੇਲੇ ਗੱਲ ਕਰਨ ਵੇਲੇ ਉਹ ਕੰਮ ਕਰ ਰਹੇ ਹਨ, ਇਹ ਔਨਗੋਇੰਗ ਐਕਸ਼ਨ ਹੈਗਾ, ਸੋ ਇਸ ਕਰਕੇ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਹੈ। ਦੇ ਆਰ ਵਰਕਿੰਗ ਇਨ ਦੀ ਲਾਇਬ੍ਰੇਰੀ ਐਟ ਪ੍ਰੈਜ਼ੈਂਟ, ਅਰਥਾਤ ਇਸ ਵੇਲੇ ਉਹ ਲਾਇਬ੍ਰੇਰੀ ਵਿੱਚ ਕੰਮ ਕਰ ਰਹੇ ਹਨ। ਫਿਰ ਅੱਗੇ ਹੈਗਾ ਦੇ ਹੈਵ ਬੀਨ ਵਰਕਿੰਗ ਦੇਅਰ ਫॉर ਓਵਰ ਐਨ ਆਵਰ, ਕਿਉਂਕਿ ਤੇ ਫॉर ਆ ਗਿਆ ਤੇ ਓਵਰ ਐਨ ਆਵਰ ਆ ਗਿਆ, ਫਿਰ ਇੰਨੀ ਦੇਰ ਤੋਂ, 1 ਘੰਟੇ ਤੋਂ ਵੱਧ ਤੋਂ ਉਹ ਕੰਮ ਕਰ ਰਹੇ ਹਨ। ਕਿਉਂਕਿ ਤੇ ਫॉर ਸੀ ਤੇ ਨਾਲ ਓਵਰ ਐਨ ਆਵਰ ਸੀ, ਇਹ ਫॉर ਹੈ ਜਾਂ ਸਿੰਸ ਹੈ, ਤੇ ਫਿਰ ਇੱਥੇ ਬਣ ਜਾਂਦਾ ਹੈ ਪ੍ਰੈਜ਼ੈਂਟ ਕੰਟੀਨਿਊਸ ਟੈਂਸ। ਸੋ ਦੇ ਹੈਵ ਬੀਨ ਵਰਕਿੰਗ ਦੇਅਰ ਫॉर ਓਵਰ ਐਨ ਆਵਰ, ਉਹ 1 ਘੰਟੇ ਦੇ ਵੱਧ ਤੋਂ ਸਮੇਂ ਤੋਂ ਉੱਥੇ ਕੰਮ ਕਰ ਰਹੇ ਹਨ। ਫਿਰ ਅਗਲਾ ਹੈਗਾ ਬੱਸਿਸ ਯੂਜ਼ਲੀ ਰਨ ਅਲੋਂਗ ਦਿਸ ਰੋਡ, ਆਮ ਤੌਰ ਤੇ ਬੱਸਾਂ ਇਸ ਸੜਕ ਤੇ ਚਲਦੀਆਂ ਹਨ, ਦੌੜਦੀਆਂ ਹਨ। ਨੋ ਬੱਸਿਸ ਆਰ ਰਨਿੰਗ ਟੂਡੇ, ਪਰ ਅੱਜ ਕੋਈ ਵੀ ਬੱਸਾਂ ਨਹੀਂ ਚੱਲ ਰਹੀਆਂ ਹਨ, ਰਨਿੰਗ ਟੂਡੇ। ਬਿਕੋਜ਼, ਕਿਉਂਕਿ ਦੀ ਡਰਾਈਵਰਸ ਆਰ ਔਨ ਸਟ੍ਰਾਈਕ, ਕਿਉਂਕਿ ਜਿਹੜੇ ਡਰਾਈਵਰ ਨੇ ਉਹ ਹੜਤਾਲ ਤੇ ਨੇ, ਉਹਨਾਂ ਨੇ ਹੜਤਾਲ ਸੱਦੀ ਹੋਈ ਹੈ, ਇਸ ਕਰਕੇ ਬੱਸਾਂ ਅੱਜ ਨਹੀਂ ਚੱਲ ਰਹੀਆਂ ਹਨ। ਸੋ ਰਨਿੰਗ, ਬੱਸਿਸ ਯੂਜ਼ਲੀ ਰਨ, ਪਰ ਆਮ ਤੌਰ ਤੇ ਬੱਸਾਂ ਇਸ ਸੜਕ ਤੇ ਦੌੜਦੀਆਂ ਨੇ, ਚੱਲਦੀਆਂ ਨੇ, ਬੱਸਾਂ ਦੀ ਆਵਾਜਾਈ ਹੁੰਦੀ ਹੈ। ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੀ ਐਕਸਰਸਾਈਜ਼ 6 ਐਂਡ 7, ਇਹ ਬੜੇ ਵਧੀਆ ਐਕਸਰਸਾਈਜ਼ ਸੀ ਦੋਨੋਂ। ਸੋ ਇਹਨਾਂ ਦਾ ਚੰਗੀ ਤਰ੍ਹਾਂ ਤੁਸੀਂ ਅਭਿਆਸ ਕਰ ਲੈਣਾ ਹੈ ਤੇ ਇਸੇ ਤਰ੍ਹਾਂ ਨੇਮ ਦੇ ਨਾਲ ਉਤਸ਼ਾਹ ਨਾਲ ਆਪਣੀ ਪੜ੍ਹਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।